ਅੱਜ ਗੌਰਮੈਂਟ ਕਹਿੰਦੀ ਸਾਡੇ ਕੋਲ ਪੈਸਾ ਹੈ ਨਹੀਂ। ਹਾਂਜੀ ਜਿਹੜੀ ਫਸਲ ਮੰਡੀ 'ਚ ਵਿਕਣ ਆਉਂਦੀ ਆ ਜੀ ਉਹਦੇ ਉੱਤੇ ਟੈਕਸ ਆ ਜੀ ਇਸ ਵੇਲੇ ਫਿਰ ਉਹ ਝੋਲੀ ਚੱਕ ਉਹਨਾਂ ਦੇ ਸਾਰੀ ਯੂਨੀਅਨਾਂ ਇਕੱਠੀਆਂ ਹੋਈਆਂ, ਉਹ ਕੱਲਾ ਹੀ ਤੁਰਿਆ ਫਿਰਦਾ ਮਗਰ। ਜੀ 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 ਠੀਕ ਆ, ਉਹ ਕਹਿੰਦਾ ਜੀ ਜੋ ਬਾਦਲ ਸਾਹਿਬ ਕਹਿੰਦੇ ਠੀਕ ਆ। ਜਿਹੜੀ ਇਹਨੇ ਪਾਲਿਸੀ ਬਣਾਈ ਆ ਹਾਂਜੀ ਉਹ ਕਹਿੰਦੇ ਜੀ ਮੰਡੀ ਦੇ ਗੇਟ ਦੇ ਬਾਹਰ ਤੁਸੀਂ ਜੋ ਮਰਜ਼ੀ ਖਰੀਦ ਲਓ ਜੀ। ਉਹਦੇ ਉੱਤੇ ਕੋਈ ਟੈਕਸ ਨਹੀਂ, ਕੋਈ ਤੁਹਾਨੂੰ। ਪਾਲਿਸੀ ਮੇਕਰ ਜਿਹੜੇ ਨੇ ਏਸੀ ਰੂਮ ਦੇ ਵਿੱਚ ਬਹਿ ਕੇ ਕੰਮ ਕਰਦੇ ਨੇ, ਪਾਲਿਸੀਆਂ ਲੈਪਟਾਪ ਦੇ ਉੱਤੇ ਬਣਦੀਆਂ ਨੇ। ਸਾਰੇ ਜ਼ਿਮੀਂਦਾਰ ਜਿਹੜੇ ਆ ਉਹ ਮਾੜੇ ਨਹੀਂ, ਸਾਰੇ ਆੜਤੀਏ ਮਾੜੇ ਨਹੀਂ। ਹਾਂਜੀ ਨਹੀਂ, ਕੋਈ ਤੁਹਾਨੂੰ ਪੁੱਛੂਗਾ ਨਹੀਂ ਜੀ ਕੋਈ, ਤੁਸੀਂ ਜਿੰਨਾ ਮਰਜ਼ੀ ਸਟੋਰ ਕਰ ਲਓ ਜੀ। ਕੋਈ ਤੁਹਾਡੀ ਪੁੱਛ-ਗਿੱਛ ਨਹੀਂ ਹੋਊਗੀ, ਕੋਈ ਤੁਸੀਂ ਟੈਕਸ ਨਹੀਂ ਦੇਣਾ, ਕੋਈ ਤੁਸੀਂ ਭਰਨਾ ਨਹੀਂ, ਜੋ ਮਰਜ਼ੀ ਵੇਚੋ, ਜੋ ਮਰਜ਼ੀ ਖਰੀਦੋ, ਜੋ ਮਰਜ਼ੀ ਕਰੋ। ਠੀਕ ਹੈ। ਜਦੋਂ ਵੀ ਕੋਈ ਯੂਨੀਅਨ ਜਿਹੜੀ ਕਿਸੇ ਸਿਆਸਤ ਦੇ ਵਿੱਚ ਵੜ ਗਈ ਨਾ, ਹਾਂਜੀ ਕਿਸੇ ਸਿਆਸੀ ਪਾਰਟੀ 'ਚ ਵੜ ਗਈ, ਫਿਰ ਉਹ ਕਦੇ ਵੀ ਕਾਮਯਾਬ ਨਹੀਂ। ਦਾਇਰਾ ਇਹ ਹੋਣਾ ਚਾਹੀਦਾ ਸੀ ਵੀ ਕਿਸਾਨ ਦੀ ਜਿਹੜੀ ਹੈਗੀ ਆ ਫਸਲ ਆ, ਅਸੀਂ ਜਾਂ ਘਰੋਂ ਚੱਕਾਂਗੇ, ਇੰਨੇ ਟਾਈਮ ਦੇ ਵਿੱਚ ਚੱਕਾਂਗੇ। ਹਾਂਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਅਰਬਨ ਸਿੰਘ ਸਵਾਗਤ ਕਰਦਾ ਹਾਂ AG ਐਗਰੋ ਐਂਡ ਟੈਕ ਚੈਨਲ ਦੇ ਉੱਤੇ। ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਹੋਇਆ ਕਿ ਅਸੀਂ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਨਾਲ ਜਾਂ ਉਹਨਾਂ ਨੂੰ ਕਿਸ ਤਰ੍ਹਾਂ ਹੱਲ ਕਰਨਾ ਆ, ਤੁਹਾਡੇ ਤੱਕ ਅਸੀਂ ਰੂਬਰੂ ਕਰਵਾਉਂਦੇ ਹਾਂ ਹਰ ਇੱਕ ਚੀਜ਼ਾਂ ਨੂੰ। ਪੰਜਾਬ ਵਿੱਚ ਫਸਲ ਪੱਕ ਕੇ ਤਿਆਰ ਆ, ਖਾਸ ਕਰਕੇ ਝੋਨੇ ਦੀ, ਅਤੇ ਝੋਨੇ ਤੋਂ ਬਾਅਦ ਇਹਦਾ ਹੋਏਗਾ ਮੰਡੀਕਰਨ। ਅਤੇ ਪੰਜਾਬ ਵਿੱਚ ਮੰਡੀਕਰਨ ਜਿਹੜਾ ਹੈਗਾ ਆ ਉਹ ਕਿਸਾਨ ਆਰਡੀਨੈਂਸ ਆਉਣ ਦੇ ਕਾਰਨ ਬਹੁਤ ਸਾਰੀਆਂ ਤਰਾਸਦੀਆਂ ਦੇ ਵਿੱਚ ਕਹਿ ਸਕਦੇ ਗੁਜ਼ਰ ਰਿਹਾ ਹੈ। ਇਸੇ ਤਹਿਤ ਸਾਡੇ ਨਾਲ ਜੁੜ ਰਹੇ ਨੇ ਜਿਨ੍ਹਾਂ ਦਾ ਕੰਮ ਖੇਤੀ ਦੇ ਉੱਤੇ ਵੀ ਹੈ ਅਤੇ ਆੜ੍ਹਤੀਏ ਦੇ ਉੱਤੇ ਵੀ ਬਹੁਤ ਸਾਰਾ ਕੰਮ ਚੱਲ ਰਿਹਾ ਹੈ। ਸਾਡੇ ਨਾਲ ਹਰਕਮਲ ਜੀ ਜੁੜ ਰਹੇ ਨੇ। ਅੱਜ ਇਹਨਾਂ ਨਾਲ ਅਸੀਂ ਮਿਲ ਕੇ ਪੰਜਾਬ ਵਿੱਚ ਚੱਲ ਰਹੀ ਖੇਤੀਬਾੜੀ ਦੇ ਉੱਤੇ ਅਸੀਂ ਸੈਗਮੈਂਟ ਕਰ ਰਹੇ ਹਾਂ। ਹਾਂਜੀ ਹਰਕਮਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਹੈ ਜੀ AG ਐਗਰੋ ਐਂਡ ਟੈਕ ਚੈਨਲ ਦੇ ਉੱਤੇ। ਅੱਜ ਅਸੀਂ ਕਿਸਾਨਾਂ ਨਾਲ ਰੂਬਰੂ ਤੁਹਾਨੂੰ ਕਰਵਾ ਰਹੇ ਹਾਂ ਅਤੇ ਸਾਡੇ ਜਿਹੜੇ ਦਰਸ਼ਕ ਨੇ ਬਹੁਤ ਸਾਰੇ, ਉਹਨਾਂ ਦੇ ਮਨ ਦੇ ਵਿੱਚ ਕੁਐਸਚਨ ਨੇ, ਅਸੀਂ ਅੱਜ ਉਹਨਾਂ ਬਾਰੇ ਸਾਂਝ ਪਾਵਾਂਗੇ। ਸਭ ਤੋਂ ਪਹਿਲਾਂ ਤਾਂ ਤੁਸੀਂ ਦੱਸੋ ਕਿ ਤੁਹਾਡਾ ਜਿਹੜਾ ਹੈਗਾ ਆ ਆੜ੍ਹਤ ਵਾਲੇ ਪਾਸੇ ਆਏ ਤੁਸੀਂ, ਤੁਹਾਡਾ ਜਿਹੜਾ ਕਿਸਾਨੀ ਵੱਲ ਵੀ ਹੈਗਾ ਆ, ਸਾਨੂੰ ਇਹ ਦੱਸਿਆ ਜਾਏ ਕਿ ਤੁਹਾਡੀ ਜਿਹੜੀ ਆੜ੍ਹਤ ਵੱਲ ਕਦੋਂ ਆਏ ਹੈਗੇ। ਦੇਖੋ ਜੀ, ਮੂਲ ਰੂਪ ਦੇ ਵਿੱਚ ਪਹਿਲਾਂ ਅਸੀਂ ਕਿਸਾਨ ਆ। ਹਾਂਜੀ। ਉਹ ਤੋਂ ਬਾਅਦ ਅਸੀਂ ਆੜ੍ਹਤੀ ਹਾਂ ਜੀ। ਅਤੇ ਮੈਂ 1998 ਦੇ ਵਿੱਚ ਆੜ੍ਹਤ ਸ਼ੁਰੂ ਕੀਤੀ ਸੀ ਜੀ। ਸਾਡੇ ਪਿੰਡ ਦੇ ਵਿੱਚ, ਇੱਥੇ ਫੋਗਲ ਪਿੰਡ ਸੀਗਾ। ਠੀਕ ਹੈ ਜੀ। ਇੱਥੋਂ ਅਸੀਂ ਸ਼ੁਰੂ ਕੀਤੀ ਅਤੇ 2006 ਦੇ ਵਿੱਚ ਫਿਰ ਅਸੀਂ ਹੁਸ਼ਿਆਰਪੁਰ ਮੁੱਖ ਮੰਡੀ ਜਿਹੜੀ ਹੈ, ਹਾਂਜੀ, ਉਹਦੇ ਵਿੱਚ ਵੀ ਆੜ੍ਹਤ ਦਾ ਕੰਮ ਸ਼ੁਰੂ ਕੀਤਾ। ਹਰਕਮਲ ਜੀ, ਅਸੀਂ ਸੁਣਦੇ ਆ ਰਹੇ ਹਾਂ ਕਿ ਜਿਹੜਾ ਕਿਸਾਨ ਦਾ ਅਤੇ ਆੜ੍ਹਤੀਏ ਦਾ ਜਿਹੜਾ ਹੈਗਾ 9 ਮਾਸ ਦਾ ਰਿਸ਼ਤਾ ਆ, ਅਤੇ ਤੁਸੀਂ ਕਿਸਾਨੀ ਦੇ ਵੱਲ ਵੀ ਕੰਮ ਕਰਦੇ ਹੈਗੇ ਆ। ਸਾਨੂੰ ਇਹ ਜ਼ਰੂਰ ਦੱਸਿਆ ਜਾਵੇ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਰਿਸ਼ਤਾ ਇਹ ਬਣਿਆ। ਦੇਖੋ ਜੀ, ਸ਼ੁਰੂ ਤੋਂ ਹੀ ਜਿਹੜੀ ਖੇਤੀਬਾੜੀ ਆ ਅਤੇ ਸ਼ੁਰੂ ਤੋਂ ਹੀ ਮੰਡੀਆਂ ਰਹੀਆਂ। ਜਿਹੜੀਆਂ ਬੈਂਕਾਂ ਆ ਉਹ ਤਾਂ ਜ਼ਿਮੀਂਦਾਰ ਨੂੰ ਬਹੁਤ ਦੇਰ ਬਾਅਦ ਜਾਣ ਕੇ ਉਹਨੇ ਲਿਮਟਾਂ ਸ਼ੁਰੂ ਕੀਤੀਆਂ। ਹਾਂਜੀ। ਇਹਨਾਂ ਦੀ ਆਰਥਿਕ ਸਹਾਇਤਾ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਤਾਂ ਜਿਹੜਾ ਆਰਥਿਕ ਦਾ ਜਿਹੜਾ ਸਰੋਤ ਸੀਗਾ, ਹਾਂਜੀ, ਉਹ ਕਿਸਾਨ ਦਾ ਅਤੇ ਆੜ੍ਹਤੀਏ ਦਾ ਹੀ ਸੀਗਾ। ਜੀ। ਉੱਥੋਂ ਹੀ ਉਹ ਫਸਲ ਸਿੱਟਦਾ ਸੀ, ਉੱਥੋਂ ਹੀ ਉਹ ਪੈਸੇ ਲੈਂਦਾ ਸੀ, ਉੱਥੋਂ ਹੀ ਜੇ ਉਹਨੂੰ ਕੋਈ ਲੋੜ ਪੈਂਦੀ ਸੀ ਉਹ ਲੈਂਦਾ ਸੀ। ਠੀਕ ਹੈ ਜੀ। ਠੀਕ ਹੈ। ਅਤੇ ਬੈਂਕਾਂ ਤਾਂ ਬਾਅਦ ਦੇ ਵਿੱਚ ਸ਼ੁਰੂ ਹੋਈਆਂ, ਅਤੇ ਜੋ ਵੀ ਉਹਨੇ ਚਾਹੇ ਉਹ ਲਿਮਟ ਦਿੱਤੀ, ਚਾਹੇ ਸਹਾਇਤਾ ਦਿੱਤੀ, ਚਾਹੇ ਕੁਛ ਵੀ ਕੀਤਾ। ਜੀ। ਸ਼ੁਰੂ ਤੋਂ ਹੀ ਇਹਨਾਂ ਦਾ ਆਪਸ ਵਿੱਚ ਹੀ ਜਿਹੜਾ ਉਹ ਬਣਿਆ। ਮੈਨੂੰ ਲੱਗਦਾ ਕਿ ਜਿੱਥੇ ਤੱਕ ਕਿ ਦੱਸਿਆ ਜਾਵੇ ਕਿ ਬੈਂਕਾਂ ਦਾ ਜਿਹੜਾ ਕੰਮ ਹੈਗਾ ਆ ਪੈਸਾ ਦੇਣਾ, ਪਰ ਉਹਦੇ ਲਈ ਗਰੰਟੀ, ਅਤੇ ਆੜ੍ਹਤੀਏ ਜਿਹੜੇ ਭਰਾ ਨੇ ਉਹ ਬਿਨਾਂ ਗਰੰਟੀ ਦਿੱਤੇ ਤੋਂ ਕਿਸਾਨ ਦੀ ਮੁਸ਼ਕਲ ਦੇ ਹਿਸਾਬ ਦੇ ਨਾਲ ਉਹਨੂੰ ਪੈਸੇ ਦੇ ਦਿੰਦੇ ਨੇ। ਹਾਂ ਬਿਲਕੁਲ ਜੀ, ਇਹਨਾਂ ਦੀ ਤਾਂ ਕੋਈ ਗਰੰਟੀ ਨਹੀਂ ਹੁੰਦੀ। ਜਿੱਦਾਂ ਸ਼ੁਰੂ ਤੋਂ ਹੀ ਪਰਿਵਾਰ ਲੱਗੇ ਹੁੰਦੇ ਆ। ਹਾਂਜੀ। ਇੱਕ ਦੁਕਾਨ ਦੇ ਉੱਤੇ ਜਿਹੜੇ ਪਰਿਵਾਰ, ਉਹ ਪੁਰਾਣਾ ਹੀ ਉਹਨਾਂ ਦਾ ਜਿਹੜਾ ਹੁੰਦਾ ਰਿਸ਼ਤਾ ਹੁੰਦਾ। ਹਾਂਜੀ ਹਾਂਜੀ। ਅਤੇ ਪੁਰਾਣਾ ਹੀ ਮੇਲ ਮਿਲਾਪ ਹੁੰਦਾ, ਉਹਦੇ ਆਧਾਰ 'ਤੇ ਹੀ ਉਹ, ਜਾਣੀ ਕਿ ਤੁਹਾਡੀ ਜਿਹੜੀ ਹੈਗੀ ਅੱਗੇ ਤੋਂ ਕਿ ਮੇਲ ਕੋਈ ਸਿਕਿਉਰਿਟੀ ਨਹੀਂ ਹੁੰਦੀ। ਠੀਕ ਹੈ ਜੀ। ਠੀਕ ਹੈ। ਅਤੇ ਕੁਝ ਕਿਸਾਨ ਕੰਮ ਕਰਦੇ ਨੇ ਖੇਤੀ ਦੇ ਉੱਤੇ, ਉਸ ਤੋਂ ਖੇਤੀ ਦੇ ਦੌਰਾਨ ਵੀ ਉਹਨਾਂ ਨੂੰ ਬਹੁਤ ਸਾਰੀ ਲੋੜ ਪੈਂਦੀ ਹੈ। ਘਰ ਦੇ ਖਰਚੇ ਵੀ ਮੈਨੂੰ ਲੱਗਦਾ ਕਿ ਬਹੁਤ ਸਾਰੇ ਹੋ ਜਾਂਦੇ ਨੇ, ਕਈ ਵਾਰੀ ਕਿਸੇ ਅਣਹੋਣੀਆਂ ਵੀ ਹੋ ਜਾਂਦੀਆਂ ਨੇ, ਅਤੇ ਐਮਰਜੈਂਸੀ ਦੇ ਵਿੱਚ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਜਿਹੜਾ ਸਰੋਤ ਉਹਦੇ ਕੋਲ ਪੈਸੇ ਦਾ ਹੈਗਾ ਆ ਉਹ ਆੜ੍ਹਤੀਏ ਭਰਾ ਹੈ। ਹਾਂਜੀ। ਅਤੇ ਇਸ ਤੋਂ ਗਾਹਾਂ ਅਸੀਂ ਇਹ ਸਾਨੂੰ ਦੱਸਿਆ ਜਾਏ ਕਿ ਇਸ ਵੇਲੇ ਤਰਾਸਦੀ ਜਿਹੜੀ ਹੈਗੀ ਆ ਕਿਸਾਨੀ ਸੈਕਟਰ ਦੇ ਵਿੱਚ ਬਹੁਤ ਸਾਰੀ ਹੈ। ਇਸੇ ਤਰ੍ਹਾਂ ਆੜ੍ਹਤੀਏ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਬਹੁਤ ਸਾਰੀਆਂ ਮੁਸ਼ਕਲਾਂ ਨਾਲ ਦੋ ਚਾਰ ਹੋਣਾ ਪੈ ਰਿਹਾ। ਠੀਕ ਹੈ। ਅਤੇ ਸਾਨੂੰ ਉਹਦੇ ਬਾਰੇ ਜ਼ਰੂਰ ਇੱਕ ਵਾਰੀ ਚਾਨਣਾ ਪਾਓ। ਦੇਖੋ, ਜਿਹੜੀਆਂ ਨਵੀਆਂ ਪਾਲਿਸੀਆਂ ਹੁਣ ਗੌਰਮੈਂਟ ਬਣਾ ਰਹੀ ਹੈ, ਹਾਂਜੀ, ਉਹਦੇ ਵਿੱਚ ਇਹ ਆ ਵੀ ਜੇ ਕੋਈ ਕਿਸਾਨ ਜਿਹੜਾ ਵੀ ਮੰਡੀ ਦੇ ਵਿੱਚ ਕੋਈ ਫਸਲ ਲੈ ਕੇ ਆਉਂਦਾ, ਹਾਂਜੀ, ਉਹਦੀ ਜਿੰਨੀ ਵੀ ਪੇਮੈਂਟ ਆ, ਹਾਂਜੀ, ਚਾਹੇ ਉਹ 10,000 ਆ, ਚਾਹੇ ਉਹ 10 ਲੱਖ ਆ, ਜੀ, ਉਹ ਸਿੱਧੀ ਉਹਦੇ ਖਾਤੇ 'ਚ ਜਾਊਗੀ। ਜਦ ਕਿ ਉਹਨੇ ਜਿਹੜੇ ਕੋਈ ਪੈਸੇ ਲਏ ਆ, ਚਾਹੇ ਉਹ 1000 ਲਿਆ, ਚਾਹੇ 10,000 ਲਿਆ, ਚਾਹੇ ਲੱਖ ਲਿਆ, ਚਾਹੇ 2 ਲੱਖ ਲਿਆ, ਉਹ ਜਿਹੜਾ
ਉਹ ਫਿਰ ਡਿਪੈਂਡ ਕਰਦਾ ਕਿ ਉਹ ਜ਼ਿਮੀਦਾਰ ਕਦੋਂ ਆੜ੍ਹਤੀਏ ਨੂੰ ਮੋੜਦਾ। ਸਾਰੇ ਜ਼ਿਮੀਦਾਰ ਚੰਗੇ ਨਹੀਂ, ਸਾਰੇ ਆੜ੍ਹਤੀਏ ਚੰਗੇ ਨਹੀਂ ਜੀ, ਠੀਕ ਨਹੀਂ, ਸਾਰੇ ਜ਼ਿਮੀਦਾਰ ਜਿਹੜੇ ਆ ਉਹ ਮਾੜੇ ਨਹੀਂ, ਸਾਰੇ ਆੜ੍ਹਤੀਏ ਮਾੜੇ ਨਹੀਂ। ਹਾਂਜੀ, ਇਸ ਕਰਕੇ ਹੋ ਸਕਦਾ ਕੋਈ ਜ਼ਿਮੀਦਾਰ ਇਹੋ ਜਿਹਾ ਹੋਵੇ 100 ਦੇ ਵਿੱਚੋਂ 4 ਜ਼ਿਮੀਦਾਰ ਇਹੋ ਜਿਹੇ ਨਿਕਲ ਜਾਣ ਜਿਹੜੇ ਕਹਿੰਦੇ ਅਸੀਂ ਪੈਸੇ ਨਹੀਂ ਮੋੜਦੇ। ਹਾਂਜੀ, ਉਹ ਸਾਰੀ ਕਮਾਈ ਗਈ ਗਈ ਠੀਕ ਕੀ ਗੱਲ ਹੈ। ਇਹ ਇੱਕ ਤਾਂ ਇੱਥੇ ਮੈਂ ਦੱਸਣਾ ਇਹ ਚਾਹੁੰਦਾ ਕਿ ਕਿਸਾਨ ਦੇ ਵਿੱਚ ਜਿਹੜੀ ਖੇਤੀ ਖਰਚੇ ਆ, ਖੇਤੀ ਦੇ ਤੌਰ ਦੇ ਉੱਤੇ ਦੇਖਿਆ ਜਾਵੇ ਤੇ ਬਹੁਤ ਸਾਰੇ ਵੱਧ ਗਏ ਨੇ ਤੇ ਉਹਦਾ ਜਿਹੜਾ ਸਮਰਥਨ ਮੁੱਲ ਆ ਬਹੁਤ ਘੱਟ ਆ। ਤੇ ਤੁਸੀਂ ਕਿਸਾਨ ਤੇ ਸਰਕਾਰ ਦੇ ਵਿੱਚ ਡੀਲ ਕਰਦੇ ਆ, ਠੀਕ ਹੈ। ਸਾਨੂੰ ਇਹ ਦੱਸਿਆ ਜਾਏ ਕਿ ਜਿਹੜਾ ਇਸ ਵੇਲੇ ਖੇਤੀ ਆਰਡੀਨੈਂਸ ਆ ਰਿਹਾ ਉਹਦੇ ਬਾਰੇ ਜ਼ਰੂਰ ਇੱਕ ਵਾਰੀ ਸਾਨੂੰ ਦੱਸਿਆ ਜਾਏ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਆ ਕਿਸਾਨਾਂ ਦੇ ਮਨ ਦੇ ਵਿੱਚ ਜਿਹੜੇ ਉਹਦੇ ਲਈ ਬਲਬਲੇ ਨੇ ਜਾਂ ਕੁਝ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਆ ਨਹੀਂ ਕਲੀਅਰ ਹੈਗੀਆਂ, ਸਾਨੂੰ ਉਹਦੇ ਵਿੱਚ ਜ਼ਰੂਰ ਦੱਸਿਆ ਜਾਏ। ਦੇਖੋ, ਇੱਕ ਤੇ ਜਿਹੜੇ ਨਹੀਂ ਜਿੰਨੇ ਵੀ ਸਮਰਥਨ ਮੁੱਲ ਜਿਹੜੀ ਵੀ ਫਸਲ ਦਾ ਰੱਖਿਆ ਹੈਗਾ, ਹਾਂਜੀ, ਉਹ ਜਿਹੜਾ ਉਹ ਬਹੁਤ ਘੱਟ ਆ। ਉਹਦੇ ਖਰਚੇ ਜ਼ਿਆਦਾ ਤੇ ਉਹਦਾ ਮੁੱਲ ਘੱਟ ਆ। ਹਾਂਜੀ, ਜਿਹੜੀ ਇਹੀ ਸਵਾਮੀਨਾਥਨ ਦੀ ਰਿਪੋਰਟ ਸੀਗੀ ਉਹਦੇ ਵਿੱਚ ਉਹਨੇ ਦੱਸਿਆ ਸੀ ਵੀ ਇੰਨੇ ਖਰਚੇ ਆ ਤੇ ਇੰਨਾ ਇਹਦਾ ਮੁੱਲ ਹੋਣਾ ਚਾਹੀਦਾ। ਹਾਂਜੀ, ਉਹ ਨਹੀਂ ਅੱਜ ਤੱਕ ਲਾਗੂ ਨਹੀਂ ਕੀਤਾ ਜੀ, ਠੀਕ ਆ। ਲੇਕਿਨ ਜਿਹੜਾ ਸਮਰਥਨ ਮੁੱਲ ਆ, ਹਾਂਜੀ, ਇਹ ਉਹ ਤੋਂ ਵੀ ਹੁਣ ਭੱਜ ਗਏ ਆ ਜੀ। ਹਾਲਾਂਕਿ ਸੈਂਟਰ ਗਵਰਨਮੈਂਟ ਦੇ ਬਿਆਨ ਇਹ ਸੀਗੇ ਕਿ ਅਸੀਂ 2.5 ਗੁਣਾ ਇਨਕਮ ਕਰਾਂਗੇ ਕਿਸਾਨ ਦੀ। ਜੇ ਕਿਸਾਨ ਦੀ ਇਨਕਮ ਵੱਧਦੀ ਆ ਤੇ ਇਹਦਾ ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡਾ ਵੀ ਉਹਦੇ ਵਿੱਚ, ਕਿਉਂਕਿ ਸਮਰਥਨ ਮੁੱਲ ਵਧਣਾ ਆ, ਤੁਹਾਡਾ ਵੀ ਸ਼ੇਅਰ ਪਰਸੈਂਟ ਵਧਣੇ ਉਹਦੇ ਵਿੱਚ। ਇਹ ਤਾਂ ਜਿਹੜਾ ਸਮਰਥਨ ਮੁੱਲ ਸੀਗਾ ਵੀ, ਹਾਂਜੀ, ਜਿਹੜਾ ਕਿ ਆਪਾਂ ਮੰਨਦੇ ਹਾਂ ਵੀ ਉਹ ਜਾਇਜ਼ ਨਹੀਂ ਹੈ ਜੀ, MSP ਜ਼ਿਆਦਾ ਹੋਣਾ ਚਾਹੀਦਾ। ਹਾਂਜੀ, ਹਾਂਜੀ, ਠੀਕ ਨਹੀਂ, ਲੇਕਿਨ ਉਹਦੇ ਤੋਂ ਵੀ ਇਹ ਇਸ ਵੇਲੇ ਖਰੀਦ ਤੋਂ ਭੱਜ ਗਏ ਆ ਜੀ। ਜਿਹੜੀ ਸਮਰਥਨ ਮੁੱਲ ਆ, ਕਈ ਸਾਡੀਆਂ ਪਾਰਟੀਆਂ ਹੈਗੀਆਂ ਹਾਂਜੀ, ਜਿਹੜੀਆਂ ਕਹਿੰਦੀਆਂ ਜੀ ਸਮਰਥਨ ਮੁੱਲ ਜਿਹੜਾ ਉਹ ਖਤਮ ਨਹੀਂ ਕੀਤਾ ਜੀ, ਤੁਸੀਂ ਜਿਹੜੇ ਕਿਸਾਨ ਆ ਇਹਨਾਂ ਨੂੰ ਗੁੰਮਰਾਹ ਕਰਦੇ ਆ ਤੁਸੀਂ, ਹਾਂਜੀ, ਹੈਨਾ, ਕੋਈ ਵੀ ਬੰਦਾ ਕਰਦਾ ਹੋਣਾ। ਜੀ, 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 ਲੇਕਿਨ ਉਹ ਮਸਲਾ ਇਹ ਆ ਵੀ ਸਮਰਥਨ ਮੁੱਲ ਜਿਹੜਾ ਉਹ ਸਿਰਫ ਕਿਸੇ ਇੱਕ ਫਸਲ ਤੇ ਨਹੀਂ ਹੈਗਾ, ਹਾਂਜੀ, ਉਹ ਤੇ 25-30 ਫਸਲਾਂ ਤੇ ਆ। ਹਾਂਜੀ, ਦੱਸੋ ਕਿਹੜੀ ਫਸਲ ਚੱਕੀ ਜਾਂਦੀ ਹੈ ਜੀ, ਸਿਵਾਏ ਕਣਕ ਤੇ ਝੋਨੇ ਦੇ ਉੱਤੇ ਆ, ਜੀ, ਜਿਹੜਾ ਕਿ ਸਿਰਫ ਪੰਜਾਬ ਤੇ ਹਰਿਆਣੇ ਦੇ ਵਿੱਚ ਹੀ ਚੱਕਿਆ ਜਾਂਦਾ। ਅੱਛਾ ਜੀ। ਹੋਰ ਇੰਡੀਆ ਦੇ ਵਿੱਚ ਕਿਤੇ ਨਹੀਂ ਚੱਕਿਆ ਜਾਂਦਾ। ਯਾਨੀ ਕਿ ਕਿਸਾਨ ਪੂਰੇ ਦੇਸ਼ ਦਾ ਜਿਹੜਾ ਹੈਗਾ ਆ ਤਰਾਸਦੀ ਨਾਲੋਂ ਦੁੱਗਣੀ ਤਰਾਸਦੀ ਦੇ ਵਿੱਚ ਲਗਾਉਣ, ਔਰ ਇੱਥੋਂ ਵੀ ਪੰਜਾਬ ਹਰਿਆਣੇ ਦੇ ਵਿੱਚੋਂ ਵੀ ਇਹ ਚੱਕੀ ਜਾ ਰਹੀ ਹੈ ਜੀ, ਇਹਦੀ ਖਰੀਦ ਚੱਕੀ ਜਾ ਰਹੀ ਹੈ। ਅਸੀਂ ਦੇਖਦੇ ਸੀਗੇ ਪਿੱਛੇ ਮੈਂ ਡਾਟਾ ਦੇਖਿਆ ਇਹਨਾਂ ਨੇ ਰਿਲੀਜ਼ ਕੀਤਾ, ਹਾਲਾਂਕਿ ਪਤਾ ਨਹੀਂ ਕਿਸ ਤਰ੍ਹਾਂ ਇਹਨਾਂ ਨੇ ਡਾਟਾ ਰਿਲੀਜ਼ ਕਰਤਾ, ਇਹਨਾਂ ਦਾ ਪਹਿਲਾਂ ਬਹੁਤ ਸਾਰੇ ਡਾਟਾ ਇਹਨਾਂ ਨੇ ਰਿਲੀਜ਼ ਕੀਤੇ ਨਹੀਂ। ਹਾਂਜੀ, ਉਹਦੇ ਵਿੱਚ ਪੰਜਾਬ ਪਹਿਲੀਆਂ 5 ਸਟੇਟਾਂ ਦੇ ਵਿੱਚ ਆ ਗਿਆ ਜਿਹਦੇ ਵਿੱਚ ਕਿਸਾਨ ਆਤਮ ਹੱਤਿਆ ਕਰਕੇ ਮਰਦਾ ਪਿਆ ਆ। ਠੀਕ ਹੈ। ਤੇ ਉਹਦਾ ਕਾਰਨ ਇਹ ਹੀ ਆ ਕਿ ਉਹਨੂੰ ਆਊਟਪੁੱਟ ਦੇ ਲਈ ਜਿਹੜਾ ਪੈਦਾ ਕਰਦਾ ਉਹ ਤਾਂ ਸਮਰਥਨ ਮੁੱਲ ਹੀ ਹੈ ਨਹੀਂ। ਹਾਂ, ਬਿਲਕੁਲ ਬਿਲਕੁਲ। ਤੇ ਜੇ ਸਮਰਥਨ ਮੁੱਲ ਨਹੀਂ ਅਸੀਂ ਦੇਖ ਕੇ ਹਟੇ ਆ ਮੰਡੀ ਦੇ ਵਿੱਚ, ਉਹਦੀ ਲਾਗਤ ਜ਼ਿਆਦਾ ਆ। ਹਾਂਜੀ, ਤੇ ਉਹਨੂੰ ਜਿੰਨੀ ਉਹਦੀ ਇਨਕਮ ਚਾਹੀਦੀ ਆ ਉਸ ਫਸਲ ਤੋਂ ਉਹ ਘੱਟ ਮਿਲ ਰਹੀ ਹੈ ਜੀ। ਅਸੀਂ ਹੁਣ ਦੇਖਦੇ ਪਏ ਵੀ ਅਸੀਂ ਅਮਰੀਕਨ ਮਾਡਲ ਦੇ ਤਹਿਤ ਅਸੀਂ ਮੱਕੀ ਲਿਆਂਦੀ ਇੱਥੇ ਇੰਡੀਆ ਦੇ ਵਿੱਚ, ਖਾਸ ਕਰਕੇ ਪੰਜਾਬ ਦੇ ਵਿੱਚ। ਠੀਕ ਹੈ। ਤੇ ਪਰ ਉਹਦਾ ਜਿਹੜਾ ਸਮਰਥਨ ਮੁੱਲ ਆ ਉਹ ਇੰਨਾ ਕੁ ਘੱਟ ਆ ਕਿ ਅਮਰੀਕਾ ਦੇ ਵਿੱਚ ਉਹਨਾਂ ਨੂੰ ਪਤਾ ਲੱਗੇ ਕਿ ਇੰਨੀ ਘੱਟ ਕੀਮਤ ਤੇ ਖਰੀਦਦੇ, ਮੈਨੂੰ ਲੱਗਦਾ ਕਿ ਉਹ ਆਪਣੇ ਪੈਦਾ ਕਰਨਾ ਹੀ ਹਟ ਜਾਣਗੇ। ਮੱਕੀ ਦੀ ਜਿਹੜੀ ਗੱਲ ਆ, ਹਾਂਜੀ, ਇਹਦਾ ਸਮਰਥਨ ਮੁੱਲ 1750 ਰੁਪਏ ਆ। ਹਾਂਜੀ, MSP ਜਿਹਨੂੰ ਆਪਾਂ ਕਹਿੰਦੇ ਆ, ਲੇਕਿਨ 1200-1100 ਰੁਪਏ ਹਲੇ ਮਾਰਕੀਟ ਦੇ ਵਿੱਚ ਵਿਕ ਰਹੀ ਆ। ਕੌਣ ਪੁੱਛ ਰਿਹਾ ਇਹਨੂੰ? ਜੀ। ਸਾਨੂੰ ਇਹ ਦੱਸਿਆ ਜਾਏ ਕਿ ਖਰੀਦ ਏਜੰਸੀਆਂ ਜਿਹੜੀਆਂ ਹੈਗੀਆਂ ਗਵਰਨਮੈਂਟ ਦੀਆਂ ਖਰੀਦ ਏਜੰਸੀਆਂ ਹਾਂਜੀ ਤੁਹਾਡੇ ਤੱਕ ਅਪਰੋਚ ਕਰਦੀਆਂ, ਹਾਂਜੀ, ਤੇ ਉਹਨਾਂ ਵਿੱਚ ਕੁਝ ਜਿਹੜੀਆਂ ਵਧੀਆ ਵੀ ਨੇ, ਕੁਝ ਲੇਟ ਵੀ ਕੰਮ ਕਰਦੀਆਂ ਸ਼ੁਰੂ। ਹੁਣ ਝੋਨੇ ਦਾ ਸੀਜ਼ਨ ਆਉਣੇ ਵਾਲਾ ਆ। ਹਾਂਜੀ, ਕੀ ਕਿਸੇ ਨੇ ਇਹੋ ਜਿਹੀ ਏਜੰਸੀ ਨੇ ਪਲਾਨ ਤਿਆਰ ਕਰਕੇ ਦਿੱਤਾ ਵੀ ਅਸੀਂ ਇੰਨਾ ਚੱਕਣਾ ਹੈ ਜਾਂ ਕਿਸ ਤਰ੍ਹਾਂ, ਜਾਂ ਉਹ ਜਿਹੜਾ ਖੇਤੀ ਆਰਡੀਨੈਂਸ ਜਿਹੜਾ ਆ ਰਿਹਾ ਸੈਂਟਰ ਗਵਰਨਮੈਂਟ ਵੱਲੋਂ ਉਹਨੂੰ ਵੇਟ ਕਰਦੀਆਂ ਪਈਆਂ ਆ? ਦੇਖੋ ਜੀ, ਹੋਰ 10 ਦਿਨ ਤੱਕ ਝੋਨਾ ਮਾਰਕੀਟ 'ਚ ਆ ਰਿਹਾ। ਬਿਲਕੁਲ ਜੀ, ਮੰਡੀਆਂ ਦੇ ਵਿੱਚ ਆ ਰਿਹਾ। 1 ਤਰੀਕ ਤੋਂ ਜਾਂ 25 ਤਰੀਕ ਤੋਂ ਇਹ ਗਵਰਨਮੈਂਟ ਦੀ ਖਰੀਦ ਚੱਲਦੀ ਹੁੰਦੀ ਹੈ। ਹਾਂਜੀ, ਲੇਕਿਨ ਹਜੇ ਤੱਕ ਕਿਸੇ ਵੀ ਗਵਰਨਮੈਂਟ ਦੀ ਏਜੰਸੀ ਦੀ ਕੋਈ ਪਾਲਿਸੀ ਨਹੀਂ, ਕਿਸੇ ਨੂੰ ਕੋਈ ਪਤਾ ਨਹੀਂ ਜੀ ਵੀ ਕੀ ਹੋਣਾ, ਖਰੀਦਣਾ ਨਹੀਂ ਖਰੀਦਣਾ, ਕੀ ਕਰਨਾ ਕੀ ਨਹੀਂ ਕਰਨਾ। ਯਾਨੀ ਕਿ ਹਜੇ ਕੋਈ ਪਾਲਿਸੀ ਨਹੀਂ ਇਹਨਾਂ ਨੂੰ। ਦੇਖਿਆ ਜਾਏ ਕਿ ਕਿਸਾਨ ਤਾਂ ਇੱਕ ਮੁਸ਼ਕਲ ਦੇ ਵਿੱਚ ਹੈਗੇ ਨੇ, ਉਸ ਤੋਂ ਬਾਅਦ ਮੰਡੀਕਰਨ ਦੇ ਤੌਰ ਦੇ ਉੱਤੇ ਆੜਤੀਆ ਵਰਗ ਵੀ ਪੂਰਾ ਪਰੇਸ਼ਾਨ ਆ। ਆੜਤੀਆ ਤੇ ਆਪੇ ਪਰੇਸ਼ਾਨ, ਜਿਹੜੀ ਫਸਲ ਆ ਹੁਣ ਤੇ ਮੰਡੀ 'ਚ ਹੀ ਆਉਣਾ ਨਾ ਜੀ। ਬਿਲਕੁਲ ਜੀ, ਮੰਡੀ 'ਚ ਆ ਗਈ ਜੀ, ਸਾਰੀ ਮੰਡੀ ਭਰੀ ਪਈ ਆ। ਜੇ ਉਹ ਖਰੀਦੀ ਨਹੀਂ ਜਾਂਦੀ ਤੇ ਜਿਹੜਾ ਕਿਸਾਨ ਆ ਉਹ ਤਾਂ ਪਰੇਸ਼ਾਨ ਹੈ ਹੀ, ਨਾਲ ਆੜਤੀਆ ਵੀ ਹੈਗਾ ਜੀ। ਬਿਲਕੁਲ, ਕਿਉਂਕਿ ਪਾਲਿਸੀ ਕਲੀਅਰ ਹੀ ਨਹੀਂ। ਹਾਂਜੀ, ਤੇ ਸਾਨੂੰ ਇਹ ਦੱਸਿਆ ਜਾਏ ਕਿ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਪੂਰਾ ਇਹਦਾ ਪੂਰਾ ਕਹਿ ਸਕਦੇ ਕਿ ਸਰਕਾਰ ਨੇ ਆਪਣੇ ਹੱਥ ਪਿੱਛੇ ਕਰ ਲਏ ਨੇ, ਖਾਸ ਕਰਕੇ ਖਰੀਦਦਾਰੀ ਦੇ ਵਿੱਚ। ਦੇਖੋ ਜੀ, ਸਾਨੂੰ ਤਾਂ ਹੁਣ ਤੋਂ ਹੀ ਸ਼ੱਕ ਆ ਜੀ ਕਿ ਜੋ ਕੁਛ ਇਹ ਹੋ ਰਿਹਾ ਇਹ
ਸ਼ਾਇਦ ਆਉਣ ਵਾਲੀ ਫਸਲ ਤੋਂ ਹੀ, ਜੀ। ਨਹੀਂ ਤਾਂ 1 ਸਾਲ ਦੇ ਅੰਦਰ ਅੰਦਰ ਇਹ ਸਾਰਾ ਕੁਝ ਪ੍ਰਾਈਵੇਟ ਹੋ ਜਾਊਗਾ। ਹਾਂਜੀ। ਫਿਰ 1000 ਵਾਲੀ ਚੀਜ਼ 500 ਨੂੰ ਵਿਕ ਸਕਦੀ ਆ, ਹਾਂਜੀ। ਤੇ ਹੋ ਸਕਦਾ 1 ਅੱਧਾ ਸਾਲ ਉਹ 1000 ਵਾਲੀ ਚੀਜ਼ 5-4 ਰੁਪਏ ਉੱਪਰ ਵੀ ਖਰੀਦ ਲੈਣ। ਜੀ। ਜਿਸਲੇ ਸਾਰਾ ਕੁਝ ਉਹਨਾਂ ਦਾ ਢਾਂਚਾ ਵੱਜ ਗਿਆ ਤੇ ਫਿਰ 1000 ਵਾਲੀ 500 ਨੂੰ ਖਰੀਦੂਗੇ। ਜੀ ਬਿਲਕੁਲ, ਕਿਉਂਕਿ ਇਦਾਂ ਪ੍ਰਾਈਵੇਟ ਸੈਕਟਰ ਜਿਹੜਾ ਹੈ ਉਹ ਕਦੀ ਵੀ ਚਾਹੁੰਦਾ ਨਹੀਂ ਕਿ ਅਸੀਂ ਜ਼ਿਆਦਾ ਖਰੀਦ ਕਰਨ ਦੇ ਲਈ ਪੈਸੇ ਖਰਚੀਏ। ਹਾਂਜੀ। ਇਹਦੇ ਤਹਿਤ ਸਾਰਿਆਂ ਨਾਲੋਂ ਜ਼ਿਆਦਾ ਜਿਹੜਾ ਇਫੈਕਟ ਪੈਣਾ ਹੈਗਾ ਹੈ ਕਿਸਾਨੀ ਵਰਗ ਨੂੰ ਪੈਣਾ, ਹਾਂਜੀ। ਕਿਸਾਨ ਨਾਲ ਜੁੜੇ ਹੋਏ ਬਾਕੀ ਵਰਗਾਂ ਨੂੰ ਪੈਣਾ। ਤੇ ਮੈਨੂੰ ਲੱਗਦਾ ਕਿ ਜਿਹੜਾ ਸਾਡਾ ਲਗਭਗ 86 ਕਰੋੜ ਜਿਹੜੀ ਜਨਸੰਖਿਆ ਸਾਡੀ ਖੇਤੀਬਾੜੀ ਦੇ ਨਾਲ ਸਿੱਧੇ ਤੌਰ ਦੇ ਉੱਤੇ ਕਨੈਕਟ ਆ, ਜਿਹੜੀ ਕਿ 135-36 ਕਰੋੜ ਨੂੰ ਢਿੱਡ ਭਰਦੀ ਹੈ, ਅਨਾਜ ਦੇ ਭੰਡਾਰ ਪੈਦਾ ਕਰਦੀ ਹੈ। ਮੈਨੂੰ ਲੱਗਦਾ ਕਿ ਜੇ ਅਸੀਂ ਕਿਸਾਨੀ ਹੀ ਖਤਮ ਕਰਕੇ ਬੈਠ ਗਏ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਬਹੁਤ ਸਾਰੀਆਂ ਮੁਸ਼ਕਲਾਂ ਦੇ ਵਿੱਚ ਆ ਰਹੇ ਹਾਂ। ਦੇਖੋ ਜੀ, ਜਿਹੜਾ ਵੀ ਕੋਈ ਵੀ ਮਨੁੱਖ ਆ, ਹਾਂਜੀ, ਉਹ ਜੀਂਦਾ ਤਾਂ ਅਨਾਜ ਦੇ ਸਿਰ ਤੇ ਰਹਿਣਾ ਨਾ ਜੀ, ਚਾਹੇ ਉਹਦੀ ਇੰਡਸਟਰੀ ਹੈ, ਜੀ, ਚਾਹੇ ਉਹ ਕੋਈ ਵੀ ਕਾਰੋਬਾਰ ਕਰਦਾ, ਚਾਹੇ ਉਹਨੇ ਕਦੇ ਖੇਤ ਨਹੀਂ ਵੀ ਦੇਖੇ, ਲੇਕਿਨ ਖਾਣਿਆਂ ਤੋਂ ਉਹਨੇ ਆਟਾ ਹੀ ਹੈ ਨਾ। ਜੀ, 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 ਉਹ ਕਿਤੇ ਆਊਗਾ ਤਦ ਹੀ ਚੱਲੂਗਾ ਕੰਮ। ਹਾਂਜੀ, ਅੱਜ ਗਵਰਨਮੈਂਟ ਕਹਿੰਦੀ ਸਾਡੇ ਕੋਲ ਪੈਸਾ ਹੈ ਨਹੀਂ। ਹਾਂਜੀ, ਜਿਹੜੀ ਫਸਲ ਮੰਡੀ 'ਚ ਵਿਕਣ ਆਉਂਦੀ ਆ ਜੀ, ਉਹਦੇ ਉੱਤੇ ਟੈਕਸ ਆ, ਜੀ, ਜਿਹੜੀ ਵਿਕ ਗਈ ਫਸਲ ਉਹਦੇ ਉੱਤੇ ਟੈਕਸ ਭਰਦਾ ਤਾਂ ਉਹ ਗਵਰਨਮੈਂਟ ਦੇ ਖਾਤੇ 'ਚ ਜਾਂਦਾ। ਹਾਂਜੀ। ਜਿਹੜੀ ਇਹਨੀ ਪਾਲਿਸੀ ਬਣਾਈ ਆ, ਹਾਂਜੀ, ਉਹ ਕਹਿੰਦੇ ਜੀ ਮੰਡੀ ਦੇ ਗੇਟ ਦੇ ਬਾਹਰ ਤੁਸੀਂ ਜੋ ਮਰਜ਼ੀ ਖਰੀਦ ਲਓ, ਜੀ, ਉਹਦੇ ਉੱਤੇ ਕੋਈ ਟੈਕਸ ਨਹੀਂ, ਕੋਈ ਤੁਹਾਨੂੰ ਪੁੱਛੂਗਾ ਨਹੀਂ, ਜੀ, ਕੋਈ ਤੁਸੀਂ ਜਿੰਨਾ ਮਰਜ਼ੀ ਸਟੋਰ ਕਰ ਲਓ, ਜੀ, ਕੋਈ ਤੁਹਾਡੀ ਪੁੱਛਗਿੱਛ ਨਹੀਂ ਹੋਊਗੀ, ਕੋਈ ਤੁਸੀਂ ਟੈਕਸ ਨਹੀਂ ਦੇਣਾ, ਕੋਈ ਤੁਸੀਂ ਭਰਨਾ ਨਹੀਂ, ਜੋ ਮਰਜ਼ੀ ਵੇਚੋ, ਜੋ ਮਰਜ਼ੀ ਖਰੀਦੋ, ਜੋ ਮਰਜ਼ੀ ਕਰੋ। ਠੀਕ ਹੈ ਜੀ। ਸਾਨੂੰ ਇਹਨਾਂ ਪਾਲਿਸੀਆਂ ਦੀ ਤਾਂ ਸਮਝ ਨਹੀਂ ਲੱਗਦੀ। ਇੱਕ ਪਾਸੇ ਤੁਹਾਨੂੰ ਟੈਕਸ ਮਿਲਣ ਡਿਆ, ਦੂਜੇ ਪਾਸੇ ਤੁਸੀਂ ਸਾਰਾ ਕੁਝ ਫ੍ਰੀ ਕਰੀ ਜਾਂਦੇ। ਜੀ ਬਿਲਕੁਲ, ਜਿੱਦਾਂ ਦੇਖਿਆ ਜਾਵੇ ਕਿ ਕਿਸਾਨ ਦੇ ਨਾਲ ਨਾਲ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਚੂਨਾ ਲੱਗ ਰਿਹਾ। ਚੂਨਾ ਵੀ ਇੱਕ ਇਸ ਤਰ੍ਹਾਂ ਲੱਗ ਰਿਹਾ ਕਿ ਪਾਲਿਸੀ ਮੇਕਰ ਜਿਹੜੇ ਨੇ ਏਸੀ ਰੂਮ ਦੇ ਵਿੱਚ ਬਹਿ ਕੇ ਕੰਮ ਕਰਦੇ ਨੇ, ਪਾਲਿਸੀਆਂ ਲੈਪਟਾਪ ਦੇ ਉੱਤੇ ਬਣਦੀਆਂ ਨੇ, ਜਿਹੜੀਆਂ ਕਿ ਇੰਪਲੀਮੈਂਟ ਹੁੰਦੀਆਂ ਨੇ ਗਰਾਊਂਡ ਲੈਵਲ ਤੱਕ। ਤੇ ਗਰਾਊਂਡ ਲੈਵਲ ਤੇ ਜਿਹੜੇ ਕੰਮ ਕਰਨ ਵਾਲੇ ਆ, ਖਾਸ ਕਰਕੇ ਕਿਸਾਨ ਜਿਹੜੇ ਹੈਗੇ ਆ ਜਾਂ ਆੜਤੀਏ ਨੇ, ਇਹਨਾਂ ਨੂੰ ਗਰਾਊਂਡ ਰਿਐਲਿਟੀ ਦਾ ਪਤਾ। ਤੇ ਜਿਹੜੀਆਂ ਸਰਕਾਰਾਂ ਨੇ, ਉਹਨਾਂ ਦੇ ਜਿਹੜੇ ਪਾਲਿਸੀ ਮੇਕਰ ਨੇ, ਉਹ ਇਸ ਵੱਲ ਜ਼ਰੂਰ ਧਿਆਨ ਦੇਣ। ਜਦੋਂ ਪਾਲਿਸੀ ਤਿਆਰ ਕਰਨੀ ਹੁੰਦੀ ਹੈ, ਗਰਾਊਂਡ ਰਿਐਲਿਟੀ ਦੇ ਉੱਤੇ ਜਿਹੜੇ ਕੰਮ ਕਰਨ ਵਾਲੇ ਉਹਨਾਂ ਨਾਲ ਜ਼ਰੂਰ ਇੱਕ ਵਾਰੀ ਕਨੈਕਟੀਵਿਟੀ ਕਰਨ। ਦੇਖੋ ਜੀ, ਕੋਈ ਵੀ ਗਵਰਨਮੈਂਟ ਆ, ਹਾਂਜੀ, ਉਹ ਚੰਗੀ ਵੀ ਹੋ ਸਕਦੀ, ਮਾੜੀ ਵੀ ਹੋ ਸਕਦੀ। ਜੀ ਬਿਲਕੁਲ। ਜੇ ਉਹ ਮਾੜੀ ਆ ਤੇ ਉਹਨੂੰ ਤੇ ਇਹ ਦੇਖਣਾ ਵੀ ਮੈਂ ਕਿਹਨੂੰ ਕਿੱਦਾਂ ਵੱਢਣਾ। ਜੀ। ਜਿਹੜੇ ਮਰਨੇ ਵਾਲੇ ਬੰਦੇ ਆ, ਜੀ, ਚਾਹੇ ਉਹ ਕਿਸਾਨ ਆ, ਚਾਹੇ ਮਜ਼ਦੂਰ ਆ, ਚਾਹੇ ਕੁਛ ਆ, ਜੀ, ਇਹ ਯੂਨੀਅਨਾਂ ਕਿਉਂ ਬਣਦੀਆਂ? ਜੀ, ਇਸੇ ਗੱਲ ਲਈ ਬਣਦੀਆਂ ਨਾ ਵੀ ਆਹ ਸਾਡਾ ਸ਼ੋਸ਼ਣ ਹੋ ਰਿਹਾ ਜੀ, ਤੇ ਅਸੀਂ ਇਹਨੂੰ ਰੋਕਣਾ। ਜੀ, ਚਾਹੇ ਸਾਡੀਆਂ ਆੜਤੀ ਯੂਨੀਅਨਾਂ, ਜੀ, ਇਹ ਵੀ ਵਿਕ ਗਈਆਂ। ਜੀ, ਜਿਹੜੀਆਂ ਕਿਸਾਨ ਯੂਨੀਅਨਾਂ, ਜੀ, ਉਹ ਵੀ, ਮੈਂ ਸਾਰੀਆਂ ਨਹੀਂ ਕਹਿੰਦਾ, ਵਿੱਚ ਇੱਕ ਜੋ ਇਹੋ ਜਿਹੀਆਂ ਯੂਨੀਅਨਾਂ ਜਿਹੜੀਆਂ ਜੋ ਕਹਿੰਦੇ ਉਹ ਕਹਿੰਦੇ ਜੀ ਠੀਕ, ਇਦਾਂ ਠੀਕ ਹੈ, ਤੇ ਕਹਿੰਦੇ ਜੀ ਹਾਂ ਜੀ ਇਦਾਂ ਠੀਕ ਹੈ, ਜਦ ਕਿ ਪਤਾ ਹੁੰਦਾ ਵੀ ਉਹਨਾਂ ਨੂੰ ਗਲਤ ਹੈ। ਜਦੋਂ ਵੀ ਕੋਈ ਯੂਨੀਅਨ ਜਿਹੜੀ ਕਿਸੇ ਸਿਆਸਤ ਦੇ ਵਿੱਚ ਵੜ ਗਈ ਨਾ, ਹਾਂਜੀ, ਕਿਸੇ ਸਿਆਸੀ ਪਾਰਟੀ 'ਚ ਵੜ ਗਈ, ਫਿਰ ਉਹ ਕਦੇ ਵੀ ਕਾਮਯਾਬ ਨਹੀਂ ਹੋ ਸਕਦੀ। ਜੀ। ਦੇਖਿਆ ਜਾਏ ਕਿ ਇਹਦਾ ਇਫੈਕਟ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਨੂੰ ਆ। ਇਸ ਵੇਲੇ ਲੀਡਰ ਜਿਹੜੇ ਬਣੇ ਨੇ, ਉਹਨਾਂ ਦੇ ਜਿਹੜੇ ਪਰਿਵਾਰ ਆ ਸੈੱਟ ਨੇ ਬਾਹਰ। ਇੱਥੇ ਜਿਹੜਾ ਕਿਸਾਨ ਕੰਮ ਕਰਦਾ ਹੈ, ਉਹੀ ਰੋਟੀ ਕਮਾਉਂਦਾ, ਉਹੀ ਖਾਂਦਾ। ਮੈਨੂੰ ਲੱਗਦਾ ਕਿ ਉਹਦੇ ਮੂਹਰੋਂ ਥਾਲੀ ਚੱਕ ਲਈ ਇਹਨਾਂ ਨੇ, ਉਹਨੂੰ ਇਹ ਕਿਹਾ ਗਿਆ ਕਿ ਇਸ ਵੇਲੇ ਤੂੰ ਸਾਡੇ ਜਿਹੜੇ ਪ੍ਰੋਡਕਟ ਆ ਉਹੀ ਖਰੀਦ, ਥਾਲੀ ਦੇ ਵਿੱਚ ਰੋਟੀ ਨਹੀਂ ਤੇਰੇ ਆਉਣੀ। ਜਿਹੜੀ ਕਿਸਾਨ ਯੂਨੀਅਨ ਅਕਾਲੀ ਗੌਰਮੈਂਟ ਵੇਲੇ ਬਣੀ ਸੀ ਜੀ, ਉਹ ਨਹੀਂ, ਜਦੋਂ ਉਹਨਾਂ ਦੇ ਜਿੰਦਾਬਾਦ ਮੁਰਦਾਬਾਦ ਕੀਤੀ ਤੇ ਉਹਨੂੰ ਮਿਨਿਸਟਰੀ ਦੇ ਦਿੱਤੀ। ਜੀ। ਇਸ ਵੇਲੇ ਫਿਰ ਉਹ ਝੋਲੀ ਚੱਕ ਉਹਨਾਂ ਦੇ, ਸਾਰੀ ਯੂਨੀਅਨਾਂ ਇਕੱਠੀਆਂ ਹੋਈਆਂ, ਉਹ ਇਕੱਲਾ ਹੀ ਤੁਰਿਆ ਫਿਰਦਾ ਮਗਰ। ਜੀ, 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 ਠੀਕ ਆ। ਉਹ ਕਹਿੰਦਾ ਜੀ ਜੋ ਬਾਦਲ ਸਾਹਿਬ ਕਹਿੰਦੇ ਠੀਕ ਆ ਜੀ। ਅਸੀਂ ਦੇਖਦੇ ਇਦਾਂ ਹੀ ਸਾਡੇ ਆੜਤੀ ਆ ਯੂਨੀਅਨ 'ਚ। ਹਾਂਜੀ, ਸਾਡੇ ਯੂਨੀਅਨਾਂ ਹੈਗੀਆਂ ਜੀ, ਉਹ ਵੀ ਕਹਿੰਦੇ ਜੋ ਬਾਦਲ ਸਾਹਿਬ ਕਹਿੰਦੇ ਠੀਕ ਆ। ਅਸੀਂ ਦੇਖਦੇ ਪਏ ਆ ਕਿ ਇਸ ਵੇਲੇ ਜਿਹੜਾ ਹੈਗਾ ਹਰਿਆਣੇ ਦੇ ਵਿੱਚ ਬਹੁਤ ਸਾਰੇ ਕਿਸਾਨ ਜਾਂ ਕਿਸਾਨ ਆੜਤੀ ਐਸੋਸੀਏਸ਼ਨਸ ਜਿਹੜੀਆਂ ਹੈਗੀਆਂ ਗਰਾਊਂਡ ਦੇ ਉੱਤੇ ਇਸ ਵੇਲੇ ਰੋਡ ਦੇ ਉੱਤੇ ਨਿਕਲੀਆਂ ਹੋਈਆਂ ਨੇ। ਤੇ ਅਸੀਂ ਖਬਰਾਂ ਦੇ ਵਿੱਚ ਇਹ ਵੀ ਦੇਖਦੇ ਪਏ ਕਿ ਇਸ ਵੇਲੇ ਰੋਡ ਬਲੌਕ ਕੀਤੇ ਹੋਏ ਆ। ਕਿਉਂ ਕੀਤੇ ਗਏ ਹੋਏ ਆ? ਕਿਉਂਕਿ ਉਹਨਾਂ ਦੇ ਹੱਕ ਮਰਦੇ ਪਏ। ਬਿਲਕੁਲ। ਹੱਕ ਇਦਾਂ ਮਰਦੇ ਪਏ ਆ ਕਿ ਇੱਕ ਤਾਂ ਸਮਰਥਨ ਮੁੱਲ ਖਤਮ, ਹਾਂਜੀ, ਦੂਏ ਨੰਬਰ ਦੇ ਉੱਤੇ ਸਾਨੂੰ ਕੋਈ ਗਾਰੰਟੀ ਨਹੀਂ ਕਿ ਸਾਡਾ ਇੰਨੇ ਟਾਈਮ ਦੇ ਵਿੱਚ ਸਾਡਾ ਅਨਾਜ ਜਿਹੜਾ ਹੈਗਾ ਪੈਦਾ ਕੀਤਾ ਹੋਇਆ ਚੱਕ ਲੈਣਾ। ਬਿਲਕੁਲ। ਤੇ ਤੀਏ ਨੰਬਰ ਦੇ ਉੱਤੇ ਉਹਦੀ ਇਹ ਇੰਸ਼ੋਰਟੀ ਨਹੀਂ ਕਿ ਸਾਨੂੰ ਜਿਹੜਾ ਉਹਦਾ ਚੱਕਿਆ ਹੋਇਆ ਕਿ ਸਾਨੂੰ ਪੈਸਾ ਵਾਪਸ ਆਏਗਾ ਕਿ ਨਹੀਂ ਆਏਗਾ। ਹਾਲਾਂਕਿ ਪਾਲਿਸੀ ਇਹ ਹੋਣੀ ਚਾਹੀਦੀ ਸੀ, ਦਾਇਰਾ ਇਹ ਹੋਣਾ ਚਾਹੀਦਾ ਸੀ ਵੀ ਕਿਸਾਨ ਦੀ ਜਿਹੜੀ ਹੈਗੀ ਆ ਫਸਲ ਆ, ਅਸੀਂ ਜਾਂ ਘਰੋਂ ਚੱਕਾਂਗੇ, ਇੰਨੇ ਟਾਈਮ ਦੇ ਵਿੱਚ ਚੱਕਾਂਗੇ, ਉਹਦਾ ਜਿਹੜਾ ਪੈਸਾ ਇਹਦਾ ਇਹ ਹਿਸਾਬ ਕਿਤਾਬ ਹੋਏਗਾ, ਉਹ ਜਾਂ ਆੜਤੀਆਂ ਦੇ ਹੱਥਾਂ ਵਿੱਚ ਆਉਂਦਾ ਜਾਂ ਉਹਦਾ ਕੋਈ ਨਾ ਕੋਈ ਹੋਰ ਹੱਲ ਲੱਭਦੇ। ਇਹ ਪਾਲਿਸੀ ਹੋਣੀ ਚਾਹੀਦੀ ਸੀ, ਪਰ ਇਹਨਾਂ ਨੇ ਜਿਹੜੀ ਪਾਲਿਸੀ ਆ, ਮੈਨੂੰ ਲੱਗਦਾ ਕਿ ਕਿਸਾਨ ਦੇ ਹਿੱਤ ਵਿੱਚ ਨਹੀਂ, ਉਹ ਕਿਤੇ ਨਾ ਕਿਤੇ ਕਾਰਪੋਰੇਟ ਸੈਕਟਰ ਦੇ ਹਿੱਤ ਦੇ ਵਿੱਚ ਬਣਾ ਲਈ ਇਹਨਾਂ ਨੇ। ਦੇਖੋ, ਜਿਹੜਾ ਜਦੋਂ ਜ਼ਿਮੀਂਦਾਰ ਮੰਡੀ ਲੈ ਕੇ ਆਉਂਦਾ ਸੀ, ਕਈ ਵਾਰੀ ਫਸਲ ਤਾਂ ਉਹਦੇ ਖੇਤ 'ਚ ਹੁੰਦੀ ਆ ਜੀ,
ਉਹ ਕਹਿੰਦਾ ਜੀ ਮੈਨੂੰ ਪੈਸੇ ਚਾਹੀਦੇ ਆ ਜੀ ਉਹ ਲੈ ਜਾਂਦਾ। ਉਧਰੋਂ ਕੰਬਾਈਨ ਲੱਗੀ, ਉਹ ਕਹਿੰਦਾ ਕੰਬਾਈਨ ਲੱਗੀ ਆ ਮੈਨੂੰ ਪੈਸੇ ਚਾਹੀਦੇ ਆ ਜੀ ਲਿਆ ਕੇ ਫਸਲ ਸਿੱਟ ਦਿੱਤੀ। ਉਹਦੇ ਪੈਸੇ ਪਤਾ ਨਹੀਂ ਕਦੋਂ ਆਉਣੇ ਆ, ਜੀ ਲੇਕਿਨ ਉਹ ਕਹਿੰਦਾ ਜੀ ਮੈਨੂੰ ਤਾਂ ਇੰਨੇ ਪੈਸੇ ਚਾਹੀਦੇ ਹੁਣੇ ਜੀ ਜਾਂ ਮੈਨੂੰ ਸਾਰੇ ਪੈਸੇ ਚਾਹੀਦੇ ਹੁਣ। ਜੀ ਉਹ ਇੱਕ ਜਿਹੜਾ ਰਿਸ਼ਤਾ ਬਣਿਆ ਸੀ ਉਹਦੇ ਅਧੀਨ ਹੀ ਉਹ ਲੈ ਜਾਂਦਾ ਸੀ। ਜੀ ਤੇ ਬਿਲਕੁਲ ਜੇ ਹੁਣ ਆੜਤੀਏ ਨੂੰ ਪਤਾ ਲੱਗ ਗਿਆ ਕਿ ਸਾਰੇ ਪੈਸੇ ਤਾਂ ਜ਼ਿਮੀਂਦਾਰ ਦੇ ਖਾਤੇ 'ਚ ਚਲ ਜਾਣੇ, ਉਹ ਕਿੱਥੋਂ ਦੇ ਦਊਗਾ? ਫਿਰ ਕੰਬਾਈਨ ਨੂੰ ਖੇਤ 'ਚ ਖੜੀ ਰਹੂਗੀ, ਜਦੋਂ ਪੈਸੇ ਆਊਗੇ ਗਵਰਨਮੈਂਟ ਦੇ ਜੀ ਉਹ ਬੈਂਕ 'ਚੋਂ ਕਢਾ ਕੇ ਲਿਆਊਗਾ ਤੇ ਕੰਬਾਈਨ ਵਾਲੇ ਨੂੰ ਦਊਗਾ ਤੇ ਕੰਬਾਈਨ ਜਾਊਗੀ। ਸਮਝ ਜੀ ਸਾਨੂੰ ਇਹ ਦੱਸਿਆ ਜਾਏ ਕਿ ਇਸ ਵੇਲੇ ਤਾਂ ਖਰੀਦ ਏਜੰਸੀਆਂ ਦੇ ਵਿੱਚ ਸਰਕਾਰੀ ਏਜੰਸੀਆਂ ਨੇ, ਹਾਂਜੀ। ਆਉਣ ਵਾਲੇ ਟਾਈਮ ਦੇ ਵਿੱਚ ਉਹਦੇ ਵਿੱਚ ਕੋਈ ਲਿਮਿਟ ਨਹੀਂ, ਕੋਈ ਬਾਉਂਡਰੀ ਨਹੀਂ। ਮੇਰੇ ਵਰਗਾ ਕੋਈ ਬੰਦਾ ਪ੍ਰਾਈਵੇਟ ਕੰਪਨੀ ਤਿਆਰ ਕਰ ਲੈ ਕੱਲ ਨੂੰ ਉੱਥੇ ਜਾ ਕੇ ਖਰੀਦ ਲੈ, ਖਾਸ ਕਰਕੇ ਮੰਡੀ ਦੇ ਵਿੱਚ ਕਿਸਾਨਾਂ ਦੀ ਬੋਲੀ ਦੇਣ ਵੇਲੇ। ਇਹ ਸਾਨੂੰ ਦੱਸਿਆ ਜਾਏ ਕਿ ਕਿਸ ਤਰ੍ਹਾਂ ਇਹ ਜਿਹੜਾ ਸਿਸਟਮ ਚੱਲਦਾ ਹੈ ਬੋਲੀ ਦੇਣ ਵਾਲਾ। ਦੇਖੋ ਜਿਸ ਵੇਲੇ ਸਾਰਾ ਕੁਝ ਪ੍ਰਾਈਵੇਟ ਹੋ ਗਿਆ ਜੀ, ਮੰਨ ਲਓ ਕਿਸੇ ਵੀ ਚੀਜ਼ ਦਾ ਸਮਰਥਨ ਮੁੱਲ 2000 ਰੁਪਈਆ, ਹਾਂਜੀ, ਉੱਥੇ ਜਿਹੜੇ ਖਰੀਦਣੇ ਵਾਲੇ ਆ ਉਹ 1200 ਤੋਂ ਵੱਧ ਬੋਲੀ ਨਹੀਂ ਦਿੰਦੇ ਜੀ, ਜਾਂ 1500 ਤੋਂ ਵੱਧ ਬੋਲੀ ਨਹੀਂ ਦਿੰਦੇ। ਜਿੰਨੇ ਤੇ ਬੋਲੀ ਹੋਈ ਉਹ ਤਾਂ ਉੱਥੇ ਜਾਣੀ ਪਊਗੀ। ਜੀ ਬਿਲਕੁਲ, ਠੀਕ ਨਹੀਂ? ਤੁਸੀਂ ਤਾਂ ਇਦਾਂ ਕਿਸਾਨ ਦੀ ਬੋਲੀ ਹੋਈ ਹੈ, ਤੁਸੀਂ ਤਾਂ ਸਿਰਫ ਉਹਨੂੰ ਗ੍ਰੇਡ ਕਰਾ ਕੇ ਪੈਕ ਕਰਾ ਕੇ ਤੇ ਜਿਹੜੇ ਬੰਦੇ ਨੇ ਬੋਲੀ ਦਿੱਤੀ ਉਹ ਤੱਕ ਪਹੁੰਚਾਉਣੀ ਹੈ। ਜੋ ਮੌਜੂਦਾ ਹਲੇ ਹੋਣ ਡਿਆ ਮੱਕੀ ਦਾ ਇਹੀ ਹੋਣ ਡਿਆ, 1750 ਰੁਪਏ ਉਹਦਾ ਸਮਰਥਨ ਮੁੱਲ ਆ। ਹਾਂਜੀ, 1200 ਤੇ ਵਿਕਣ ਡਈ ਆ। ਜੇ ਉਹ ਬਾਹਰੋਂ ਲਊਗੇ ਹਾਂਜੀ ਤੇ ਜਿਹੜੀ ਕੋਈ ਮਾਰਕੀਟ ਫੀਸ ਦਿੰਦੇ ਆ ਜਾਂ ਟੈਕਸ ਦਿੰਦੇ ਉਹ ਵੀ ਨਹੀਂ ਦਊਗੇ। ਫਿਰ ਸਾਨੂੰ ਤਾਂ ਸਮਝੋ ਮਾਰਿਆ ਕੀ ਹੋਣ ਡਿਆ। ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਝੋਨੇ ਦੀ ਹਾਲਾਤ ਦੇਖੇ ਜਾਣ ਤੇ ਪਿਛਲੇ ਸਾਲ ਨਾਲੋਂ ਕਿਤੇ ਵੱਧ ਕੇ ਅਸੀਂ ਇਸ ਵਾਰੀ ਉਹਦਾ ਜਿਹੜੀ ਆ ਪ੍ਰੋਡਕਟਿਵਿਟੀ ਕਰ ਰਹੇ ਹਾਂ। ਠੀਕ ਹੈ ਜੀ। ਬਹੁਤ ਸਾਰੀ ਜ਼ਮੀਨ ਜਿਹੜੀ ਆ ਇਸ ਵੇਲੇ ਝੋਨੇ ਦੇ ਥੱਲੇ, ਅਸੀਂ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਸਾਰੀ ਜ਼ਮੀਨ ਥੱਲੇ ਆਈ ਹੈ। ਹਾਂਜੀ, ਤੇ ਅਸੀਂ ਇਹ ਦੇਖਦੇ ਪਏ ਕਿ ਅਨਾਜ ਭੰਡਾਰ ਇਸ ਵੇਲੇ ਫਸਲਾਂ ਲਹਿਰ ਲਹਾਉਂਦੀਆਂ ਪਈਆਂ ਆ ਹਰੀਆਂ, ਇਸ ਵੇਲੇ ਜੋਬਨ ਦੇ ਉੱਤੇ ਆ। ਜੋਬਨ ਤੋਂ ਬਾਅਦ ਇਹਨਾਂ ਨੇ ਸੁਨਹਿਰੀ ਹੋਣਾ, ਸੁਨਹਿਰੀ ਤੋਂ ਬਾਅਦ ਤੁਹਾਡੇ ਕੋਲ ਆਉਣੀਆਂ ਫਸਲਾਂ ਪੱਕ ਕੇ, ਤੇ ਆਉਣੀਆਂ ਵੀ ਕੁਝ ਦਿਨਾਂ ਦੇ ਵਿੱਚ ਹੀ ਆ। ਹਾਂਜੀ, ਤੇ ਕਿਸਾਨ ਗਾਹਾਂ ਆਪਣੀ ਜਿਹੜੀ ਜ਼ਮੀਨ ਤਿਆਰ ਕਰ ਰਿਹਾ ਆ ਆਉਣ ਵਾਲੇ ਟਾਈਮ ਦੇ ਫਸਲ ਦੇ ਲਈ। ਸਾਨੂੰ ਇਹ ਜ਼ਰੂਰ ਇੱਕ ਵਾਰੀ ਕਿਸਾਨਾਂ ਨੂੰ ਜਾਂ ਦਰਸ਼ਕਾਂ ਨੂੰ ਦੱਸਿਆ ਜਾਏ ਕਿ ਕਿਸ ਤਰ੍ਹਾਂ ਉਹ ਆਪਣਾ ਵੀ ਟਾਈਮ ਬਚਾਉਣ ਤੇ ਕਿ ਤੁਹਾਡਾ ਵੀ ਟਾਈਮ ਬਚੇ। ਠੀਕ ਹੈ ਜੀ। ਦੇਖੋ ਸਾਡੀ ਤਾਂ ਇਹੀ ਸੁਝਾਅ ਆ ਜ਼ਿਮੀਂਦਾਰ ਨੂੰ, ਸਮੇਂ-ਸਮੇਂ ਤੇ ਜਿਹੜਾ ਮੰਡੀ ਬੋਰਡ ਆ ਉਹ ਵੀ ਹਮੇਸ਼ਾ ਕਹਿੰਦਾ ਵੈਸੇ ਜੀ ਵੀ ਆਪਣਾ ਝੋਨਾ ਜਿਹੜਾ ਉਹ ਸੁਕਾ ਕੇ ਲਿਆਓ, 17% ਮੰਡੀ 'ਚ ਚੱਕਿਆ ਜਾਂਦਾ। ਹਾਂਜੀ, ਜੇ ਆਪਾਂ ਜਿੱਥੇ 3 ਮਹੀਨੇ ਜਾਂ 4 ਮਹੀਨੇ ਫਸਲ ਉਡੀਕੀ ਆ, ਹਾਂਜੀ, ਜੇ ਆਪਾਂ ਉਹਨਾਂ ਨੂੰ 2-4 ਦਿਨ ਹੋਰ ਦੇ ਦਈਏ ਜੀ ਖੇਤ ਦੇ ਵਿੱਚ ਜੀ ਤੇ ਕੋਈ ਬਹੁਤਾ ਫਰਕ ਨਹੀਂ ਪੈਂਦਾ ਜੀ। ਤੇ ਇੱਕ ਸਾਨੂੰ ਇਹ ਜ਼ਰੂਰ ਦੱਸਿਆ ਜਾ ਕਿ ਤੁਸੀਂ ਤਾਂ ਹੁਣ ਗਰਾਊਂਡ ਰਿਐਲਿਟੀ ਦੇ ਕੰਮ ਕਰਦੇ ਆ ਕਿ ਕਿਸਾਨ ਇੱਕ ਤਾਂ ਵੱਢ ਕੇ ਲਿਆਉਂਦੇ ਆ ਸਵੇਰੇ ਕੰਮ ਹੁੰਦਾ ਉਹਨਾਂ ਨੂੰ ਬਹੁਤ ਸਾਰਾ। ਅਗਲੇ ਕਹਿੰਦੇ ਵੀ ਸਵੇਰੇ ਕੰਬਾਈਨ ਫੇਰ ਦੋ ਤੇ ਮੈਂ ਮੰਡੀ 'ਚ ਸੁੱਟ ਕੇ ਆਵਾਂ। ਸੁੱਟ ਕੇ ਆਉਣ ਦੀ ਜ਼ਿਆਦਾ ਬੋਲੀ ਜਾਂਦੀ, ਵੇਚ ਕੇ ਆਉਣ ਦੀ ਨਹੀਂ ਬੋਲੀ ਜਾਂਦੀ। ਸਾਨੂੰ ਇਹ ਦੱਸਿਆ ਜਾਏ ਕਿ ਕਿਸਾਨ ਜਿਹੜੇ ਆ ਮੰਡੀ ਦੇ ਵਿੱਚ ਜਦੋਂ ਵੇਚਣ ਆਉਣ, ਠੀਕ ਹੈ ਜੀ, ਤੇ ਉਹ ਜਿਹੜੀ ਵਾਢੀ ਆ ਖਾਸ ਕਰਕੇ ਕੰਬਾਈਨ ਦੇ ਨਾਲ, ਉਹ ਸਾਨੂੰ ਜ਼ਰੂਰ ਦੱਸਿਆ ਜਾਏ ਕਿਸ ਵੇਲੇ ਟਾਈਮ ਜਿਹੜਾ ਵਧੀਆ ਰਹਿੰਦਾ ਹੈ। ਦੇਖੋ ਜੀ, ਜਦੋਂ ਇਹਦੀ ਕਟਾਈ ਹੁੰਦੀ ਹੈ, ਹਾਂਜੀ, ਉਦੋਂ ਠੰਡ ਵੱਧ ਜਾਂਦੀ ਹੈ ਜੀ, ਤਰੇਲ ਵੀ ਵੱਧ ਜਾਂਦੀ ਹੈ। ਹਾਂਜੀ, ਸਵੇਰੇ 10 ਵਜੇ ਤੱਕ ਦਾ ਤਰੇਲ ਨਹੀਂ ਉਤਰਦੀ। ਹਾਂਜੀ, ਜਿਹੜਾ 10 ਵਜੇ ਤੋਂ ਬਾਅਦ ਕੱਟਿਆ ਜਾਣਾ, ਹਾਂਜੀ, 10-11 ਵਜੇ ਸ਼ੁਰੂ ਕਰ ਲਓ, 10:30 ਕਰ ਲਓ, ਦਿਨੇ ਜਿਹੜਾ ਕੱਟਿਆ ਜਾਣਾ ਉਹ ਤੁਹਾਡਾ ਮੋਇਸਚਰ ਜਿਹੜਾ ਆਟੋਮੈਟਿਕਲੀ ਸਹੀ ਆਉਂਦਾ। ਜੇ ਉਹਨੂੰ ਅਰਲੀ ਕੱਟ ਲਾਂਗੇ ਤਾਂ ਉਹਦਾ ਜਿਸਲੇ ਤਰੇਲ ਵਿੱਚ ਆਉਣੀ ਤਾਂ ਮੋਇਸਚਰ ਆਪਣੇ ਆਪ ਹੀ ਵੱਧ ਜਾਣਾ ਜੀ। ਉਧਰੋਂ ਸ਼ਾਮ ਨੂੰ ਸੂਰਜ ਮਿਟਣ ਤੋਂ ਬਾਅਦ ਜੇ ਆਪਾਂ ਕਟਾਈ ਕਰਾਂਗੇ, ਹਾਂਜੀ, ਤਾਂ ਫਿਰ ਮੋਇਸਚਰ ਨੇ ਵਧਣਾ। ਕਈ ਵਾਰੀ ਮੈਂ ਇਹ ਵੀ ਦੇਖਿਆ ਵੀ ਕੋਈ ਰਸ਼ ਨਹੀਂ ਖੇਤਾਂ 'ਚ, ਹਾਂਜੀ, ਤਕਰੀਬਨ ਫਸਲ ਘੱਟ ਹੋ ਚੱਲੀ ਆ। ਜੇ ਕੋਈ ਖੇਤ ਖੜੇ ਆ ਤਾਂ ਉੱਥੇ ਵੀ ਰਾਤ ਨੂੰ ਕਟਾਈ ਹੋਣ ਡਈ ਹੈ ਜੀ, ਜਦ ਕਿ ਕੰਮ ਕੰਬਾਈਨ ਵਾਲੇ ਨੂੰ ਵੀ ਹੈ ਨਹੀਂ ਸਵੇਰੇ ਜੀ। ਠੀਕ ਨਹੀਂ? ਤਾਂ ਆਪਾਂ ਉਹ ਅਗਲੇ ਨੂੰ ਕਹੀਏ ਭਾਈ ਤੂੰ ਸਵੇਰੇ ਵੱਢ ਦੇਈਂ ਮੇਰਾ ਜੀ। ਇੱਕ ਤਾਂ ਇਹ ਚਲੋ ਹੋ ਗਿਆ। ਤੇ ਦੂਜੇ ਨੰਬਰ ਦੇ ਉੱਤੇ ਸਾਨੂੰ ਕਿਸਾਨਾਂ ਨੂੰ ਇਹ ਦੱਸਿਆ ਜਾਏ ਕਿ ਆਪਣੀ ਫਸਲ ਤਾਂ ਤੁਹਾਡੇ ਕੋਲ ਲੈ ਕੇ ਆਉਣਗੇ। ਮੈਨੂੰ ਲੱਗਦਾ ਕਿ ਕਿਸਾਨ ਦੇ ਕੋਲ ਮਗਮੀਆਂ ਟਰਾਲੀਆਂ ਹੁੰਦੀਆਂ, ਸਭ ਕੁਝ ਉਹਨਾਂ ਕੋਲ ਉਸ ਵੇਲੇ ਜਿਹੜਾ ਉਹਨੇ ਮੈਨੇਜਮੈਂਟ ਕੀਤੀ ਹੁੰਦੀ ਆ, ਉਹ ਕਿਸੇ ਨਾ ਕਿਸੇ ਇੱਕ ਦੂਜੇ ਨਾਲ ਰਲ ਮਿਲ ਕੇ ਕੀਤੀ ਹੁੰਦੀ ਆ, ਭਾਈਚਾਰਕ ਸਾਂਝ ਨਾਲ ਕੀਤੀ ਹੁੰਦੀ ਆ। ਤੇ ਇੱਕ ਤਾਂ ਕਿਸਾਨਾਂ ਦੇ ਵਿੱਚ ਇਹ ਬੜੀ ਪਰੇਸ਼ਾਨੀ ਆਉਂਦੀ ਆ ਕਿ ਅਸੀਂ ਜਿਹੜਾ ਆ ਝੋਨਾ ਲੈ ਕੇ ਆ ਗਏ ਅਸੀਂ ਮੰਡੀ ਦੇ ਵਿੱਚ, ਟਾਈਮ ਖਰਾਬ ਹੁੰਦਾ ਕਈ ਵਾਰੀ ਮੋਇਸਚਰ ਸੁਕਾਉਣ ਦੇ ਲਈ। ਹਾਂਜੀ, ਟਰਾਲੀ ਦੇ ਉੱਥੇ ਸੁੱਟ ਕੇ ਤੇ ਤੁਹਾਨੂੰ ਲੇਬਰ ਆਪਣੀ ਲਾਉਣੀ ਪੈਂਦੀ ਹੈਗੀ ਆ। ਹਾਲਾਂਕਿ ਤੁਸੀਂ ਉਹ ਲੇਬਰ ਦੇ ਵਿੱਚ ਲਦਾਈ ਭਰਾਈ ਸਭ ਕੁਝ ਕਰਾ ਸਕਦੇ ਆ। ਹਾਲਾਂਕਿ ਉਹ ਕਿਸਾਨ ਦੀ ਸਿਰਫ ਉਹ ਜਿਹੜਾ ਹੈਗੇ ਉਹਨੇ ਫਸਲ ਲੈਂਦੀ ਹੋਈ, ਤੁਸੀਂ ਉਹਨੂੰ ਧੁੱਪ ਲਗਾਉਣ ਦੇ ਲਈ ਉਹ ਲੇਬਰ ਵਰਤਦੇ ਆ। ਤੇ ਇੱਕ ਤਾਂ ਉਸ ਚੀਜ਼ ਤੋਂ ਬਚਣ ਦੇ ਲਈ ਤੁਸੀਂ ਤਾਂ ਸੁਜੈਸਟ ਕਰ ਦਿੱਤਾ ਵੀ ਹਾਂ ਵੀ ਠੀਕ ਹੈ, ਇੱਦਾਂ ਦਾ ਕਰਕੇ ਤੁਸੀਂ ਆਪਣਾ ਜਿਹੜਾ ਮੋਇਸਚਰ ਲੈਵਲ ਨੂੰ ਠੀਕ ਕੀਤਾ ਜਾਵੇ। ਫਿਰ ਤੁਹਾਡੇ ਕੋਲ ਜੇ ਕੋਈ ਵੱਢ ਕੇ ਲੈ ਕੇ ਆਵੇ, ਤੁਹਾਡੇ ਕੋਲ ਮੋਇਸਚਰ ਮੀਟਰ ਤਾਂ ਹੁੰਦੇ ਆ। ਹਾਂਜੀ, ਕਿ ਤੁਸੀਂ ਇਹ ਸੇਵਾ ਜਿਹੜੀ ਹੈਗੀ ਆ, ਮੈਨੂੰ ਲੱਗਦਾ ਕਿ ਆੜਤੀਏ ਭਰਾ ਜ਼ਿਆਦਾਤਰ ਫੋਨ ਕਰਕੇ ਕਹਿ ਹੀ ਦਿੰਦੇ ਜੇ ਵੱਢ ਲਈ ਆ ਲੈ ਕੇ ਫੇ ਆਈ ਪਹਿਲਾਂ ਇੱਕ ਵਾਰੀ ਮੋਇਸਚਰ ਚੈੱਕ ਕਰਵਾ ਜਾ। ਸਾਨੂੰ ਇਹ ਦੱਸਿਆ ਜਾ ਕਿ ਮੋਇਸਚਰ ਮੀਟਰ ਦਾ ਜਿਹੜਾ ਰੋਲ ਬਹੁਤ ਇੰਪੋਰਟੈਂਟ ਆ
ਉਹ ਸਾਨੂੰ ਦੱਸਿਆ ਜਾਏ। ਠੀਕ ਹੈ ਜੀ, ਵੈਸੇ ਤਾਂ ਜਿੱਦਾਂ ਹੁਣ ਕਿਸਾਨ ਇੰਨਾ ਚਿਰ ਹੋ ਗਿਆ ਝੋਨਾ ਲਾਉਂਦੇ ਨੂੰ, ਹਾਂਜੀ। ਸਾਨੂੰ ਇੰਨਾ ਚਿਰ ਹੋ ਗਿਆ ਮੰਡੀਆਂ ਕਰਦਿਆਂ ਨੂੰ, ਹਾਂਜੀ ਤੇ ਸਾਡੇ ਜਿਹੜੇ ਹੱਥ ਆ ਉਹੀ ਮੋਇਸਚਰ ਮੀਟਰ। ਜੀ ਜੱਟ ਨੂੰ ਪਤਾ ਜੀ। ਕਿ ਇਹਦਾ ਮੋਇਸਚਰ ਕਿੰਨਾ ਹੈ, ਜੀ ਠੀਕ ਆ, ਲੇਕਿਨ 19 21 ਦਾ ਹੋ ਸਕਦਾ, ਤੇ ਕੋਈ ਗੱਲ ਨਹੀਂ, ਮੋਇਸਚਰ ਮੀਟਰ ਸਾਡੇ ਕੋਲ ਅਵੇਲੇਬਲ ਹੁੰਦੇ ਆ, ਜੀ। ਜੇ ਕਿਸੇ ਨੇ ਲਾਉਣਾ ਉਹਨੂੰ ਤਾਂ ਇਹਦੀ ਸੇਵਾਵਾਂ ਲੈ ਸਕਦਾ, ਜੀ ਜੀ ਸਾਰਾ ਕੁਝ ਕਰ ਸਕਦਾ, ਲੇਕਿਨ ਆਪਣੇ ਆਪ ਵੀ ਇੰਨਾ ਕੁ ਐਕਸਪੀਰੀਅੰਸ ਹੀ ਹੋ ਜਾਂਦਾ। ਸਾਨੂੰ ਫਿਰ ਵੀ ਇੱਕ ਦੇਸੀ ਜੁਗਾੜ ਜਿਹਾ ਦੱਸਿਆ ਜਾਏ ਕਿ ਦਾਣਾ ਖੜਕਦਾ ਹੈ ਜਾਂ ਕਿੱਦਾਂ ਹੈਗਾ, ਉਹ ਸਾਨੂੰ ਜ਼ਰੂਰ ਦੱਸਿਆ ਜਾਏ ਇੱਕ ਵਾਰੀ, ਉਹ ਕਿਉਂਕਿ ਆਵਾਜ਼ ਤੋਂ ਹੀ ਪਤਾ ਲੱਗ ਜਾਂਦਾ ਵੀ ਫਸਲ ਪੱਕ ਗਈ। ਵੈਸੇ ਸਾਨੂੰ ਤਾਂ ਜਿਹੜੇ ਅਸੀਂ ਚੱਕਦੇ ਆ ਉਦੋਂ ਹੀ ਪਤਾ ਲੱਗ ਜਾਂਦਾ, ਹਾਂਜੀ ਨਹੀਂ ਤਾਂ ਉਹਨੂੰ ਮਾੜਾ ਜਿਹਾ ਦੰਦ ਦੇ ਥੱਲੇ ਦੇਖ ਲਓ, ਜੇ ਮਾੜਾ ਜਿਹਾ ਕੜਕ ਕਰਕੇ ਟੁੱਟਦਾ ਤਾਂ ਇਹਦਾ ਮਤਲਬ ਉਹ ਸਹੀ ਹੈ ਝੋਨਾ। ਕਮਲ ਜੀ, ਤੁਹਾਡੀ ਜਿਹੜੀ ਇਸ ਵੇਲੇ ਇਨਫੋਰਮੇਸ਼ਨ ਭਰਪੂਰ ਜਿਹੜੀ ਜਾਣਕਾਰੀ ਸੀ ਕਿਸਾਨਾਂ ਤੱਕ ਗਈ ਜਾਂ ਸਾਡੇ ਜਿਹੜੇ ਦਰਸ਼ਕ ਭਰਾਵਾਂ ਤੱਕ ਗਈ, ਉਹਦੇ ਲਈ ਤੁਹਾਡਾ ਜਿਹੜਾ ਹੈਗਾ ਸਾਡੇ ਏਜੀ ਐਗਰੋ ਐਂਡ ਟੈਕ ਚੈਨਲ ਵੱਲੋਂ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਤੁਸੀਂ ਆਪਣਾ ਜਿਹੜਾ ਕੀਮਤੀ ਟਾਈਮ ਤੇ ਆਪਣੇ ਜਿਹੜੇ ਕੀਮਤੀ ਸੁਝਾਅ ਜਿਹੜੇ ਕਿਸਾਨਾਂ ਤੱਕ ਲੈ ਕੇ ਆਏ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।